जो तो प्रेम खेलन का चाओ, सिर धर तली गली मेरी आओ। इत मार्ग पैर त्रीजै, सिर दीजै कान न कीजै। पहला मरण कबूल, जीवन की छड़ आस। हो सबना की ऋण का, तो आओ हमारे पास। गगन दमामा बाजेओ, परयो निशान कहाओ। खेत जो मांड्यो सूरमा, अब जूझन को दाओ। सूरा सो पहचानिए, जो लड़े दिन के हेत। पुरजा पुरजा कट मरै, कबहू न छाड़ै खेत। बाणी गुरु गुरु है बाणी, विच बाणी अमृत सारे। गुर बाणी कहै सेवक जन मानै, पर तख गुरु निस्तारे। गुर बाणी कहै सेवक जन मानै, पर तख गुरु निस्तारे। सतनाम वाहिगुरु साहिब जीओ। कबीर लूटना है तां लूट लै, राम नाम है लूट। फिर पाछै पछताओगे, प्राण जाहेंगे छूट। कबीर लूटना है तां लूट लै, राम नाम है लूट। फिर पाछै पछताओगे, प्राण जाहेंगे छूट। कबीर ऐसा कोई ना जन्म्यो, अपने घर लावै आग। पांचौ लड़का जार कै, रहै राम लिव लाग। को है लड़का बेचई, लड़की बेचै कोय। सांझा करै कबीर स्यों, हर संग बनज करे। कबीर यह चितावनी, मत सहसा रह जाय। पाछै भोग जो भोगवे, तिनको गुड़ लै खाहि। कबीर मैं जान्यो, पढ़ बो भलो, पढ़ बेस्यों भल जोग। भगत न छाडो राम की, भावै निंदो लोग। कबीर लोग के निंदा बपुड़ा, जिह मन नाही ज्ञान। राम कबीरा रव रहे, अवर तजे सब काम। कबीर परदेसी कै घाघरै, चौहों दिस लागी आग। खिंथा जल कोयला भई, तागे आँच न लाग। कबीर खिंथा जल कोयला भई, खापर फूट मफूट। जोगी बपड़ा खेलियो, आसन रही विभूत। कबीर थोरै जल माछुली, चीवर मेलियो जाल। यह टोगना ना छूट सहें, फिर कर समुंद संभाल। कबीर समुंद ना छोड़िए, जो अत खारो होय। पोखर पोखर ढूंढते, भलो न कहें कोय। कबीर लूटना है तां लूट लै, राम नाम है लूट। फिर पाछै पछताओगे, प्राण जाहेंगे छूट। वाहिगुरु जी का खालसा, वाहिगुरु जी की फतेह।
ਸਤਿਕਾਰਯੋਗ ਗੁਰੂ ਪ੍ਰਸਾਦ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਤੇ ਅਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦੀ ਕਿਰਪਾ ਸਦਕਾ ਹਫ਼ਤਾਵਾਰੀ ਦੀਵਾਨ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਆਪਾਂ ਨੂੰ ਸਾਰਿਆਂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਹਰਾਂ ਕੀਤੀਆਂ ਨੇ ਗੁਰੂ ਘਰ ਵਿਖੇ ਆ ਕੇ, ਅਤੇ ਰੇਡੀਓ ਰਾਹੀਂ, ਇੰਟਰਨੈਟ ਰਾਹੀਂ, ਟੀਵੀ ਰਾਹੀਂ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹਾਂ। ਜੀਵਨ ਦੀਆਂ ਘੜੀਆਂ ਸਫਲ ਕਰ ਰਹੇ ਹਾਂ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਾਜੇ ਕੇਵਲ ਰਾਮ। ਸਤਿਗੁਰੂ ਦੇ ਬਚਨ ਸਫਲੇ ਕਰ ਰਹੇ ਹਾਂ ਆਪਾਂ ਸਾਰੇ ਹੀ। ਸਤਿਗੁਰੂ ਜੀ ਮਿਹਰਾਂ ਕਰਨ, ਸਭ ਨੂੰ ਮਹਾਰਾਜ ਸੁਖੀ ਅਤੇ ਸਫਲ ਜੀਵਨ ਬਖਸ਼ਣ। ਲੋਕ ਸੁਖੀਏ ਪਰ ਲੋਕ ਸੁਹੇਲੇ ਕਰਨ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਾਸ ਰੋਮ ਰੋਮ ਤੋਂ ਧੰਨਵਾਦ ਕਰਦਾ ਹੈ। ਸਤਿਗੁਰੂ ਦੀ ਕਿਰਪਾ ਸਦਕਾ ਸਤਿਗੁਰੂ ਦੇ ਪਵਿੱਤਰ ਦਰਬਾਰ ਦੀ ਆਪ ਸੰਗਤਾਂ ਦੀ ਸੇਵਾ ਪ੍ਰਾਪਤ ਹੋਈ ਹੈ। ਉਪਰੰਤ ਇੱਥੋਂ ਦੇ ਵਜ਼ੀਰ ਸਾਹਿਬਾਨ ਜੀ, ਗੁਰੂ ਕੇ ਕੀਰਤਨੀਏ, ਆਪ ਸੰਗਤਾਂ ਦਾ, ਪ੍ਰਬੰਧਕਾਂ ਦਾ ਦਾਸ ਰਹਿਣੀ ਹੈ। ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਅਰਦਾਸ ਹੈ ਸਤਿਗੁਰੂ ਦੇ ਚਰਨਾਂ 'ਚ, ਮਹਾਰਾਜ ਕਿਰਪਾ ਕਰੋ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਪਇਓ ਦਰਸ਼ਨ ਦੇਖੇ। ਮਿਹਰਾਂ ਕਰੋ, ਜੀਵਨ ਦੀ ਸਫਲਤਾ ਬਖਸ਼ੋ। ਮਹਾਰਾਜ ਬਖਸ਼ਿਸ਼ ਕਰਕੇ ਨਾਮ ਦੀਆਂ ਅਸੀਸਾਂ ਬਖਸ਼ ਕੇ ਜੀਵਨ ਸਫਲੇ ਕਰਨੇ। ਆਓ ਸਾਧ ਸੰਗਤ ਜੀਓ, ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਹੈ। ਇਹ ਵਿਚਾਰ 1366 ਅੰਗ ਤੇ ਪਹੁੰਚੀ ਹੈ। ਸਾਰੀ ਬਾਣੀ ਵਿੱਚ ਹੀ ਵੈਸੇ ਨਾਮ ਦੀ ਵਡਿਆਈ ਹੈ, ਪਰਮਾਤਮਾ ਦੀ ਵਡਿਆਈ ਹੈ, ਗੁਰੂ ਦੀ ਵਡਿਆਈ ਹੈ, ਨਾਮ ਜਪਣ ਵਾਲਿਆਂ ਦੀ ਵਡਿਆਈ ਹੈ। ਅਤੇ ਦੂਸਰੇ ਪਾਸੇ ਜਿਹੜਾ ਵੀ ਕੋਈ ਨਾਮ ਨੂੰ ਭੁਲਾ ਦਿੰਦਾ ਹੈ ਤੇ ਉਸ ਦੇ ਦੁੱਖਾਂ ਦਾ ਜ਼ਿਕਰ ਕੀਤਾ ਹੈ ਮਹਾਰਾਜ ਜੀ ਨੇ। ਫਿਰ ਉਹ ਵਿਪਤਾ ਵਿੱਚ, ਚਿੰਤਾ ਵਿੱਚ, ਫਿਕਰ ਵਿੱਚ, ਦੁੱਖਾਂ ਵਿੱਚ ਫਸ ਜਾਂਦਾ ਹੈ। ਦੇਖੋ ਨਾ, ਚਾਨਣ ਵਿੱਚ ਬੈਠੇ ਹਾਂ ਤੇ ਹਨੇਰੇ ਦਾ ਸਾਡੇ ਤੇ ਕੋਈ ਅਸਰ ਨਹੀਂ ਹੈ। ਹਨੇਰਾ ਨਹੀਂ ਸਾਡੇ ਕੋਲ ਆ ਸਕਦਾ। ਪਰ ਲਾਈਟ ਆਫ ਕਰ ਦਈਏ ਕਮਰੇ ਦੀ ਤੇ ਹਨੇਰੇ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ। ਹਨੇਰਾ ਆਪਣੇ ਆਪ ਹੀ ਆ ਜਾਂਦਾ ਹੈ। ਪਰਮਾਤਮਾ ਪ੍ਰਕਾਸ਼ ਹੈ, ਨਾਮ ਪ੍ਰਕਾਸ਼ ਹੈ, ਗੁਰੂ ਦਾ ਦਿੱਤਾ ਹੋਇਆ ਗਿਆਨ ਪ੍ਰਕਾਸ਼ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਅਸੀਂ ਗੁਰੂ ਪਰਮੇਸ਼ਰ ਜੀ ਦੇ ਪ੍ਰਕਾਸ਼ ਤੋਂ, ਨਾਮ ਤੋਂ, ਸਿੱਖਿਆ ਤੋਂ ਪਾਸੇ ਚਲੇ ਜਾਂਦੇ ਹਾਂ, ਫਿਰ ਹਨੇਰੇ 'ਚ ਚਲੇ ਜਾਂਦੇ ਹਾਂ, ਅਗਿਆਨ ਵਿੱਚ ਚਲੇ ਜਾਂਦੇ ਹਾਂ। ਅਗਿਆਨ ਵਿੱਚ ਦੁੱਖ ਹੀ ਦੁੱਖ ਹੈ ਅਤੇ ਗਿਆਨ 'ਚ ਸੁੱਖ ਹੀ ਸੁੱਖ ਹੈ। ਕਬੀਰ ਸਾਹਿਬ ਜੀ ਦੇ ਜੋ ਸ਼ਲੋਕ ਨੇ, ਕਿ ਮੈਂ ਬੇਨਤੀ ਜ਼ਰੂਰ ਕਰਨੀ ਹੈ, ਇਹ ਪੜ੍ਹਨ ਨੂੰ ਤਾਂ, ਦੇਖਣ ਨੂੰ ਤਾਂ ਬੜੇ ਸੌਖੇ ਜਿਹੇ ਲੱਗਦੇ ਆ, ਪਰ ਇਤਨਾ ਮਹਾਨ ਗੋਝ ਇਹਨਾਂ ਦੇ ਵਿੱਚ ਭਾਵ ਹੈ ਸਾਧ ਸੰਗਤ ਜੀ, ਕਿ ਕਈ ਵਾਰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਤੇ ਤਾਂ ਕਿਤੇ ਜਾ ਕੇ ਇਹ ਸਮਝ ਲੱਗਦੀ ਹੈ ਥੋੜ੍ਹੀ ਥੋੜ੍ਹੀ। ਉਹ ਵੀ ਮੈਂ ਤਾਂ ਇਹ ਕਹਾਂ, ਮੈਨੂੰ ਤਾਂ ਥੋੜ੍ਹੀ ਸਮਝ ਲੱਗਦੀ ਹੈ। ਪੂਰਨ ਤੌਰ 'ਤੇ ਤਾਂ ਕਬੀਰ ਸਾਹਿਬ ਜੀ ਆਪ ਹੀ ਜਾਣਦੇ ਨੇ ਇਹਨਾਂ ਦਾ ਭਾਵ, ਪਰ ਜਿੰਨਾ ਕੁ ਪਤਾ ਲੱਗਦਾ, ਇੱਕ ਵਿਦਿਆਰਥੀ ਦੇ ਨਾਤੇ ਹੁੰਦੇ ਹੋਏ ਆਪ ਸੰਗਤਾਂ ਉਸਤਾਦ ਗੁਰੂ ਰੂਪ ਹੋ ਤੇ ਆਪ ਜੀ ਨੂੰ ਦਾਸ ਆਪਣਾ ਲੈਸਨ ਸੁਣਾਉਣ ਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਨੇ। ਜੋ ਮੈਂ ਬੇਨਤੀ ਕਰਨੀ ਇਹ, ਹੁਣ ਕਬੀਰ ਸਾਹਿਬ ਜੀ 41ਵਾਂ ਇਹ ਸ਼ਲੋਕ ਹੈ, ਬਚਨ ਕਰਦੇ ਨੇ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ।
ਕਹਿੰਦੇ ਨੇ ਜੇ ਲੁੱਟਣਾ ਹੈ ਤਾਂ ਨਾ ਫਿਰ ਲੁੱਟ ਲੈ, ਰਾਮ ਨਾਮ ਦੀ ਲੁੱਟ ਪੈ ਗਈ ਹੈ। ਭਾਵ ਕੀ ਹੈ? ਦਬਾ ਦਬ, ਛੇਤੀ ਛੇਤੀ, ਜਲਦੀ ਜਲਦੀ ਦੇ ਨਾਲ ਗੁਰੂ ਜੀ ਨਾਮ ਜੋ ਹੈ ਵੰਡ ਰਹੇ ਨੇ, ਵਰਖਾ ਹੋ ਰਹੀ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਜੀ ਨਾਮ ਦੇ ਮੀਂਹ ਪਾ ਰਹੇ ਨੇ, ਮੀਂਹ ਪਾ ਰਹੇ ਨੇ, ਵਰਖਾ ਹੋ ਰਹੀ ਹੈ। ਸੋ ਗੁਰੂ ਬੱਦਲ ਬਣ ਕੇ, ਨਿਮ ਨਿਮ ਕੇ, ਝੁਕ ਝੁਕ ਕੇ, ਪਿਆਰ ਦੇ ਨਾਲ ਨਾਮ ਦੀ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਜਿਵੇਂ ਬੱਦਲ ਮੀਂਹ ਪਾਉਂਦਾ ਹੈ, ਨੀਵਾਂ ਨੀਵਾਂ ਹੋ ਕੇ ਮੀਂਹ ਪਾਉਂਦਾ ਹੈ, ਇਸ ਤਰ੍ਹਾਂ ਸਤਿਗੁਰੂ ਜੀ ਸਾਡੇ ਨਾਲ ਪਿਆਰ ਕਰਦੇ ਹੋਏ, ਅਸੀਸਾਂ ਦਿੰਦੇ ਹੋਏ ਨਾਮ ਜੋ ਹੈ ਵੰਡ ਰਹੇ ਨੇ, ਦਬਾ ਦਬ ਵੰਡ ਰਹੇ ਨੇ। ਕੋਈ ਮੁੱਲ ਨਹੀਂ ਲੈ ਰਹੇ। ਲੁੱਟ ਉੱਥੇ ਹੁੰਦੀ ਵੀ ਜਿੱਥੇ ਕੁਝ ਦੇਣਾ ਨਹੀਂ ਹੁੰਦਾ, ਆਪਾਂ ਉਹਨੂੰ ਕਹਿੰਦੇ ਲੁੱਟ। ਤੇ ਜਿੱਥੇ ਲਾਹਾ ਹੀ ਲਾਹਾ ਹੈ, ਆਪਣੇ ਕੋਲੋਂ ਕੁਝ ਨਹੀਂ ਦੇਣਾ। ਕਹਿੰਦੇ ਨੇ ਤੂੰ ਪਰਮੇਸ਼ਰ ਦਾ ਜੋ ਨਾਮ ਹੈ, ਜੋ ਦਬਾ ਦਬ ਸਤਿਗੁਰੂ ਜੀ ਵੰਡ ਰਹੇ ਨੇ ਭਾਈ, ਇਹ ਤੂੰ ਲੈ ਲੈ। ਫਿਰ ਪਾਛੈ ਪਛਤਾਹੋਂਗੇ, ਨਹੀਂ ਤਾਂ ਇਹ ਭਾਈ ਬਾਅਦ ਵਿੱਚ ਤੈਨੂੰ ਪਛਤਾਉਣਾ ਪਵੇਗਾ, ਤੁਹਾਨੂੰ ਪਛਤਾਉਣਾ ਪਵੇਗਾ। ਪ੍ਰਾਣ ਜਾਹੇਂਗੇ ਛੂਟ, ਸੋ ਇਸ ਦੇਹੀ ਨੇ ਹਮੇਸ਼ਾ ਨਹੀਂ ਰਹਿਣਾ। ਪ੍ਰਾਣਾਂ ਨੇ ਖਤਮ ਹੋ ਜਾਣਾ ਹੈ, ਪ੍ਰਾਣ ਛੁੱਟ ਜਾਣਗੇ, ਭਾਵ ਖਤਮ ਹੋ ਜਾਣਗੇ। ਤੇ ਇਸ ਸੰਸਾਰ ਨੂੰ ਤੂੰ ਛੱਡ ਕੇ ਤੁਰ ਪੈਣਾ ਹੈ, ਪਤਾ ਨਹੀਂ ਹੀ ਕਦੋਂ ਇੱਥੋਂ ਤੁਰ ਪੈਣਾ ਹੈ। ਸੋ ਇਸ ਕਰਕੇ ਕਹਿੰਦੇ ਤੂੰ ਜੋ ਰਾਮ ਦਾ ਨਾਮ ਹੈ ਨਾ, ਇਹਦਾ ਲਾਹਾ ਲੈ। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੈ ਆਗ। ਪੰਚੋ ਲੜਕਾ ਜਾਰ ਕੈ, ਰਹਿ ਰਾਮ ਲਿਵ ਲਾਗ। ਹੁਣ ਬਾਹਰੀ ਅਰਥ ਤਾਂ ਕਿਸ ਤਰ੍ਹਾਂ, ਇੱਦਾਂ ਵੀ ਘਰ ਨੂੰ ਕੋਈ ਅੱਗ ਲਾਉਂਦਾ? ਕਹਿੰਦੇ ਨੇ ਕਬੀਰ ਐਸਾ ਕੋਈ ਨਾ ਜਨਮਿਓ, ਐਸਾ ਨਹੀਂ ਕੋਈ ਹੈ। ਹਾਂ, ਇਸ ਤੋਂ ਹੋਰ ਵੀ ਅਰਥ ਕਰਦੇ ਨੇ, ਕੋਈ ਵਿਰਲਾ ਹੈ ਗੁਰਮੁਖ ਪਿਆਰਾ, ਕੋਈ ਹਰਿਆ ਬੂਟ ਰਹੇ ਹੋਰੀ। ਕਹਿੰਦੇ ਆਪਣੇ ਘਰ ਲਾਵੈ ਆਗ, ਆਪਣਾ ਦੇਹ ਅਧਿਆਸ, ਪੁਰਾਣੀ ਬੋਲੀ ਹੈ ਦੇਹ ਅਧਿਆਸ ਦਾ ਜੋ ਮੋਹ ਛੱਡਣਾ, ਭਾਵ ਆਪਣੀ ਦੇਹੀ ਦਾ, ਆਪਣੀ ਬੋਡੀ ਦਾ, ਜੋ ਬੋਡੀ ਦੀ ਪਕੜ ਹੈ। ਮੈਂ ਸੋਹਣਾ ਹਾਂ, ਮੈਂ ਜਵਾਨ ਹਾਂ, ਮੇਰੀ ਪਦਵੀ ਉੱਚੀ ਹੈ, ਮੇਰੀ ਜਾਤ ਉੱਚੀ ਹੈ, ਮੇਰੇ ਕੋਲ ਬੜਾ ਧਨ ਪਦਾਰਥ ਹੈ, ਇਹ ਛੱਡ ਦੇ। ਕਹਿੰਦੇ ਇਹ ਆਪਣਤ ਨੂੰ ਛੱਡ ਦੇ, ਮੈਂ ਮੇਰੀ ਨੂੰ। ਅੰਦਰ ਤੂੰ ਲੈ ਕੇ ਆ, ਤੂੰ ਤੇਰਾ ਹੀ ਸਭ ਕੁਝ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਦੇਖੋ ਨਾ, ਅਸੀਂ ਜਦੋਂ ਪੈਦਾ ਹੋਏ, ਮੈਂ ਵੀ, ਤੁਸੀਂ ਵੀ, ਅਸੀਂ ਕੁਝ ਲੈ ਕੇ ਆਏ ਹਾਂ, ਖਾਲੀ ਹੱਥ ਆਏ ਹਾਂ ਸਾਰੇ ਜਾਣੇ। ਤੇ ਜਦੋਂ ਇੱਥੋਂ ਜਾਣਾ ਤੇ ਉਸ ਵੇਲੇ ਵੀ ਅਸੀਂ ਖਾਲੀ ਹੱਥ ਜਾਣਾ ਹੈ, ਨੰਗੇ ਪੈਰ ਜਾਣਾ, ਭਾਵ ਕੁਝ ਵੀ ਨਹੀਂ ਲੈ ਕੇ ਜਾ ਸਕਦੇ। ਡਾਂਗੇ ਪਾਵੋ ਤੇ ਗਏ ਜਿਨ ਕੇ ਲਾਹ ਕਰੋੜ। ਚਾਹੇ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਵੇ ਕੋਈ ਪ੍ਰਾਣੀ, ਇੱਥੋਂ ਕਿਸੇ ਵੀ ਪਦਾਰਥ ਨੇ ਨਾਲ ਨਹੀਂ ਜਾਣਾ, ਰੂਪ ਨੇ ਨਾਲ ਨਹੀਂ ਜਾਣਾ, ਜਾਤ ਨੇ ਨਾਲ ਨਹੀਂ ਜਾਣਾ, ਪਦਵੀ ਨੇ ਨਾਲ ਨਹੀਂ ਜਾਣਾ। ਸੋ ਮਹਾਰਾਜ ਜੀ ਕਹਿੰਦੇ ਨੇ, ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਕਹਿੰਦੇ ਨੇ ਕੋਈ ਐਸਾ ਵਿਰਲਾ ਹੈ ਜਿਸ ਨੇ ਇਹ ਸਾੜ ਦਿੱਤਾ ਹੈ ਮੋਹ ਨੂੰ, ਜੋ ਦੇਹ ਦਾ ਮੋਹ ਹੈ, ਇਸ ਬੋਡੀ ਦਾ ਮੋਹ ਹੈ। ਕਹਿੰਦੇ ਉਹ ਕੋਈ ਵਿਰਲਾ ਹੈ। ਪੰਚੋ ਲੜਕਾ ਜਾਰ ਕੈ, ਰਹਿ ਰਾਮ ਲਿਵ ਲਾਗ। ਪੰਚੋ ਲੜਕਾ, ਮਾਇਆ ਦੇ 5 ਪੁੱਤਰ ਮੰਨੇ ਜਾਂਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਅਰਥ ਉਹਨਾਂ 5 ਦੇ ਕੀਤੇ ਨੇ ਕਿ ਮਾਇਆ ਦੇ ਜੋ 5 ਪੁੱਤਰ ਨੇ। ਲੜਕਾ ਲਿਖਿਆ ਤਾਂ ਲੜਕਾ ਇਸ ਤਰ੍ਹਾਂ ਲੱਗਦਾ ਵੀ ਇੱਕ ਬਚਨ ਹੈ, ਪਰ ਉਹਨਾਂ ਨੇ ਕਿਹਾ ਇਹ ਬਹੁ ਬਚਨ ਹੈ। ਸੋ ਲੜਕੇ ਜਿਸ ਤਰ੍ਹਾਂ ਆਪਾਂ ਕਹ ਲਈਏ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਸ਼ਬਦਾਰਥ ਦੇ ਗੁਰਮੁਖ ਪਿਆਰਿਆਂ ਨੇ ਇੱਥੇ ਅਰਥ ਕੀਤਾ ਹੈ ਮਨ ਦਾ, ਇੱਕ ਬਚਨ ਕਰਕੇ। ਕਹਿੰਦੇ ਜੋ ਕਹਿੰਦੇ ਪੰਚੋ ਲੜਕਾ ਜਾਰ ਕੈ, ਰਹਾ ਰਾਮ ਲਿਵ ਲਾਗ। ਸੋ 5 ਲੜਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਸਾੜ ਦਿੱਤੇ, ਅਤੇ ਫਿਰ
ਕਹਿੰਦੇ ਪਰਮੇਸ਼ਰ ਦੇ ਨਾਲ ਆਪਣਾ ਚਿੱਤ ਜੋੜ ਲਿਆ, ਲਿਵ ਜੋੜ ਲਈ, ਸੁਰਤ ਜੋੜ ਲਈ, ਧਿਆਨ ਜੋੜ ਲਿਆ, ਮੈਮਰੀ ਵਿੱਚ ਲੈ ਆਂਦਾ। ਕੋ ਹੈ ਲੜਕਾ ਵੇਚੈ ਲੜਕੀ ਵੇਚੈ ਕੋਏ। ਹੁਣ ਇੱਥੇ ਸ਼ਬਦਾਰਥ ਵਾਲੇ ਗੁਰਮੁਖ ਪਿਆਰੇ ਇੱਕ ਵਚਨ ਕਰਕੇ ਲੜਕਾ ਦਾ ਅਰਥ ਮਨ ਕਰਦੇ ਨੇ। ਪ੍ਰੋਫੈਸਰ ਸਾਹਿਬ ਜੀ ਨੇ ਇੱਥੇ ਵੀ ਬਹੁ ਵਚਨ ਕਰਕੇ ਕਾਮ ਕਰੋ ਲੋਭ ਮੋਹ ਹੰਕਾਰ ਹੀ ਕੀਤਾ ਹੈ। ਕੋ ਹੈ ਲੜਕਾ ਵੇਚੈ ਲੜਕੀ ਵੇਚੈ ਕੋਏ। ਕਹਿੰਦੇ ਜੋ ਨਾਮ ਪਦਾਰਥ ਹੈ ਨਾ, ਇੰਨਾ ਅਮੋਲਕ ਹੈ, ਇਹਦੇ ਬੱਟੇ ਜਿਹੜਾ ਵੀ ਆਪਣੇ ਵਿੱਚੋਂ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਛੱਡ ਦਿੰਦਾ ਹੈ, ਭਾਵ ਵੇਚ ਦਿੰਦਾ ਹੈ। ਵੇਚਣ ਤੋਂ ਭਾਵ ਕੀ ਹੁੰਦਾ ਹੈ? ਫਿਰ ਉਸ 'ਤੇ ਕੋਈ ਕਬਜ਼ਾ ਨਹੀਂ ਰਹਿੰਦਾ ਪ੍ਰਾਣੀ ਦਾ, ਵੇਚਣ ਵਾਲੇ ਦਾ। ਜਿਸ ਨੇ ਖਰੀਦ ਲਿਆ ਉਹਦੇ ਹੋ ਜਾਂਦੇ ਨੇ। ਜੋ ਅਸੀਂ ਪ੍ਰੋਪਰਟੀ ਵੇਚ ਦਿੰਦੇ ਹਾਂ, ਸਾਡਾ ਜੋ ਹੱਕ ਹੈ ਉਹ ਚਲਿਆ ਜਾਂਦਾ ਹੈ। ਹੁਣ ਕੋਈ ਵੀ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ 'ਤੇ ਹੱਕ ਨਹੀਂ ਰਿਹਾ, ਅਤੇ ਨਾ ਹੁਣ ਇਹ ਦੁਖੀ ਕਰਦੇ ਨੇ, ਗੁਰੂ ਨੂੰ ਅਰਪਣ ਕਰ ਦਿੱਤੇ ਨੇ। ਫਿਰ ਕਹਿੰਦੇ ਨੇ ਲੜਕੀ ਵੇਚੈ ਕੋਈ। ਮਾਇਆ ਦੀਆਂ ਲੜਕੀਆਂ ਵੀ ਨੇ, ਆਸਾ, ਤ੍ਰਿਸ਼ਨਾ, ਚਿੰਤਾ, ਈਰਖਾ, ਨਿੰਦਿਆ, ਚੁਗਲੀ, ਬਖੀਲੀ ਇਤਾਦਿਕ ਬੜੀਆਂ ਨੇ। ਕਹਿੰਦੇ ਇਸ ਤਰ੍ਹਾਂ ਹੀ ਕੋਈ ਬਿਰਲਾ ਹੈ ਜਿਹੜਾ ਭਾਈ ਇਹਨਾਂ ਲੜਕੀਆਂ ਨੂੰ ਨਾਮ ਦੇ ਬੱਟੇ ਗੁਰੂ ਨੂੰ ਭਾਵ ਅਰਪਣ ਕਰ ਦਿੰਦਾ, ਬਈ ਮੈਂ ਨਹੀਂ ਕਿਸੇ ਦੀ ਨਿੰਦਿਆ ਕਰਨੀ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸਤਿਗੁਰੂ ਜੀ ਤੁਹਾਡੇ ਬਚਨਾਂ ਮੁਤਾਬਕ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾਂ, ਨਰਕੇ ਘੋਰ ਪਵਨ। ਮਹਾਰਾਜ ਮੈਨੂੰ ਪਤਾ ਲੱਗ ਗਿਆ ਹੈ, ਨਹੀਂ ਨਿੰਦਾ ਹੈ ਕਿਸੇ ਦੀ ਕਰਨੀ ਚੰਗੀ ਨਹੀਂ ਹੈ। ਸੋ ਇਹ ਤਾਂ ਮਨਮੁਖ ਦਾ ਕੰਮ ਹੈ, ਮਨ ਦੇ ਪਿੱਛੇ ਚੱਲਣ ਵਾਲੇ ਦਾ, ਤੇ ਆਪ ਫਿਰ ਦੁਖੀ ਹੁੰਦਾ ਹੈ, ਪ੍ਰਾਣੀ ਨਰਕਾਂ 'ਚ ਪੈ ਜਾਂਦਾ ਹੈ। ਕਹਿੰਦੇ ਨੇ ਕੋ ਹੈ ਲੜਕਾ ਵੇਚੀ। ਇੱਥੇ ਮਨ ਦਾ ਅਰਥ ਕੀਤਾ ਹੈ ਸ਼ਬਦਾਰਥ ਦੇ ਗੁਰਮੁਖਾਂ ਨੇ। ਹੁਣ ਸਤਿਗੁਰੂ ਦਾ ਇਹ ਵੀ ਆਪਾਂ ਬਚਨ ਪੜ੍ਹਦੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਾਂਝਾ ਕਰੈ ਕਬੀਰ ਸਿਉ ਹਰ ਸੰਗ ਬੰਜ ਕਰੇ। ਹਰੀ ਪਰਮੇਸ਼ਰ ਜੀ ਦੇ ਨਾਲ ਫਿਰ ਵਪਾਰ ਕਰਨਾ ਹੈ, ਵਣਜ ਕਰਨਾ ਹੈ ਨਾਮ ਦਾ, ਸ਼ੁਭ ਗੁਣਾਂ ਦਾ। ਕਬੀਰ ਸਾਹਿਬ ਜੀ ਕਹਿੰਦੇ ਮੇਰੇ ਨਾਲ ਕੋਈ ਸਾਂਝ ਪਾਵੇ ਗੁਰਮੁਖ ਪਿਆਰਾ ਸਤਸੰਗੀ, ਤਾਂ ਕਿ ਸਤਸੰਗ ਵਿੱਚ ਰਲ ਕੇ ਅਸੀਂ ਦੋਵੇਂ ਫਿਰ ਹੋਰ ਵੱਧ ਤੋਂ ਵੱਧ ਲਾਹਾ ਲੈ ਸਕੇ। ਸਾਡਾ ਟੀਮ ਵਰਕ ਹੋ ਜਾਵੇਗਾ ਅਤੇ ਅਸੀਂ ਵੱਧ ਕੰਮ ਕਰਾਂਗੇ, ਵੱਧ ਲਾਹਾ ਮਿਲੇਗਾ, ਸਾਨੂੰ ਵੱਧ ਲਾਭ ਹੋਵੇਗਾ। ਸੋ ਇਸ ਕਰਕੇ ਕਹਿੰਦੇ ਨੇ ਕੋਈ ਐਸਾ ਹੈ ਗੁਰਮੁਖ ਪਿਆਰਾ ਜਿਹੜਾ ਮੇਰੇ ਨਾਲ ਇਹ ਸਾਂਝ ਪਾ ਲਵੇ। ਰਵਿਦਾਸ ਸਾਹਿਬ ਮਹਾਰਾਜ ਜੀ ਨੇ ਵਚਨ ਕੀਤਾ ਹੈ, ਕਹਿੰਦੇ ਨੇ ਮੇਰਾ ਟਾਂਡਾ ਲਾਦਿਆ ਜਾਏ ਰੇ। ਕਹਿੰਦੇ ਹੈ ਕੋਈ ਰਾਮ ਦਾ ਪਿਆਰਾ, ਨਾਮ ਦੇ ਵੰਝਣ ਵਾਲਾ, ਮੇਰਾ ਜਿਹੜਾ ਹੈਗਾ ਟਾਂਡਾ, ਹੁਣ ਭਾਵ ਸਾਡਾ ਜੱਥਾ ਚੱਲ ਪਿਆ ਹੈ ਅਤੇ ਸਾਡੇ ਜੋ ਘੋੜੇ ਨੇ ਸਮਾਨ ਲੈ ਕੇ ਤੁਰ ਪਏ ਨੇ। ਮਹਾਰਾਜ ਜੀ ਕਹਿੰਦੇ ਨੇ ਇਸ ਤਰ੍ਹਾਂ ਇਕੱਠੇ ਹੋ ਕੇ ਫਿਰ ਸਿਮਰਨ ਕਰਨਾ, ਕੋਈ ਐਸਾ ਪ੍ਰਭੂ ਦਾ ਪਿਆਰਾ ਮਿਲ ਜਾਵੇ ਤਾਂ ਵੱਡੇ ਭਾਗ ਸਮਝਦੇ ਹਾਂ ਅਸੀਂ। ਕੋ ਹੈ ਲੜਕਾ ਵੇਚੈ ਲੜਕੀ ਵੇਚੈ ਕੋਏ, ਸਾਂਝਾ ਕਰੈ ਕਬੀਰ ਸਿਉ ਹਰ ਸੰਗ ਬੰਜ ਕਰੇ। ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਹੀ। ਕਬੀਰ ਸਾਹਿਬ ਜੀ ਕਹਿੰਦੇ ਦੇਖ ਭਰਾਵਾ, ਇਹ ਮੈਂ ਤੈਨੂੰ ਚੇਤਾਵਨੀ ਦਿੰਦਾ, ਤੈਨੂੰ ਸਾਵਧਾਨ ਕਰਦਾ ਹਾਂ, ਮਤ ਸਹਸਾ ਰਹਿ ਜਾਏ। ਐਵੇਂ ਤੇਰੇ ਮਨ 'ਚ ਕੋਈ ਭਰਮ ਨਾ ਰਹਿ ਜਾਵੇ, ਤੇਰੇ ਮਨ 'ਚ ਕੋਈ ਸ਼ੱਕ ਨਾ ਰਹਿ ਜਾਵੇ, ਸੰਸਾ ਨਾ ਰਹਿ ਜਾਵੇ ਇਸ ਗੱਲ ਦਾ ਕਿ ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਾ। ਕਹਿੰਦੇ ਨੇ ਇਸ ਕਰਕੇ ਕਹਿੰਦੇ ਅਜੇ ਵੀ ਸੁਣ, ਪਾਛੈ ਭੋਗ ਜੋ ਭੋਗਵੇ। ਹੁਣ ਇੱਥੇ ਪਦਾਰਥਾਂ ਦੀ ਗੱਲ ਹੈ, ਪਦਾਰਥਾਂ ਦੇ ਜੋ ਸਵਾਦ ਮਾਣੇ ਨੇ, ਭੋਗ ਭੋਗੇ ਨੇ ਨਾ, ਉਹਨਾਂ ਦਾ ਕਿੰਨਾ ਕੁ ਫਾਇਦਾ ਹੋਇਆ ਹੈ ਤੈਨੂੰ। ਕਹਿੰਦੇ ਬਸ ਇੰਨਾ ਕੀ ਫਾਇਦਾ ਮੰਨ ਲਾ, ਜਿਸ ਤਰ੍ਹਾਂ ਕੋਈ ਦੁਕਾਨ 'ਤੇ ਸੌਦਾ ਲੈਣ ਜਾਂਦਾ ਹੈ ਅਤੇ ਫਿਰ ਸੌਦਾ ਲੈ ਕੇ ਕਹਿੰਦਾ ਦੁਕਾਨਦਾਰ ਨੇ ਮੈਨੂੰ ਝੂੰਗਾ ਦੇ ਦਿਓ। ਸੋ ਕਿਸੇ ਪਾਸੇ ਤਾਂ ਝੂੰਗਾ ਕਹਿੰਦੇ ਆ, ਸਾਡੇ ਮਾਲਵੇ 'ਚ ਰੂੰਗਾ ਕਹਿੰਦੇ ਆ। ਸੋ ਝੂੰਗਾ ਦਿਓ, ਫਿਰ ਕਹਿੰਦੇ ਉਹ ਗੁੜ ਦੇ ਦਿੰਦਾ ਹੈ। ਪੁਰਾਤਨ ਸਮੇਂ 'ਚ ਇਹੀ ਸੀਗਾ, ਦੁਕਾਨਦਾਰ ਗੁੜ ਦੇ ਦਿੰਦਾ ਥੋੜ੍ਹਾ ਜਿਹਾ, ਬਸ ਗੁੜ ਖਾ ਲੈਂਦਾ ਬੰਦਾ, ਖੁਸ਼ ਹੋ ਜਾਂਦਾ। ਕਹਿੰਦੇ ਇਹ ਪਦਾਰਥਾਂ ਦਾ ਸਵਾਦ, ਪਦਾਰਥਾਂ ਦਾ ਸੁੱਖ
ਇੰਨਾ ਕੀ ਹੈ ਬਈ ਜਿਵੇਂ ਸੌਦਾ ਲੈ ਕੇ ਤੇ ਬਾਅਦ ਵਿੱਚ ਥੋੜਾ ਜਿਹਾ ਗੁੜ ਖਾ ਲਿਆ, ਗੁੜ ਲੈ ਲਿਆ ਝੁੰਗੇ ਵਿੱਚ ਵੀ। ਇਸ ਕਰਕੇ ਭਾਈ ਇਹ ਪਦਾਰਥਾਂ ਦਾ ਜੋ ਭੋਗ ਹੈ, ਸਵਾਦ ਹੈ, ਇਹ ਹਮੇਸ਼ਾ ਨਾਲ ਨਹੀਂ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੀ ਫਿਰ ਅਵਸਥਾ ਬਣ ਜਾਂਦੀ ਹੈ ਗੁਰਮੁਖਾਂ ਪਿਆਰਿਆਂ ਦੀ, ਸਭੇ ਵਸਤੂ ਕੌੜੀਆਂ ਸੱਚਾ ਨਾਉ ਮਿੱਠਾ, ਸਾਧ ਆਇਆ ਤਿਨ ਹਰ ਜਨਾ ਚਖ ਸਾਧੀ ਡਿੱਠਾ। ਗੁਰਮੁਖਾਂ ਪਿਆਰਿਆਂ ਨਾਲ ਜਦੋਂ ਅੰਮ੍ਰਿਤ ਰਸ ਚਖਿਆ ਨਾ ਸਿਮਰਨ ਕਰਕੇ, ਤੇ ਉਹੀ ਜਾਣਦੇ ਜਿਨ੍ਹਾਂ ਨੂੰ ਅੰਮ੍ਰਿਤ ਰਸ ਮਿਲਦਾ ਹੈ, ਅੰਮ੍ਰਿਤ ਰਸ ਚਖਦੇ ਨੇ। ਬਾਕੀ ਤਾਂ ਕਹਿੰਦੇ ਵੀ ਐਵੇਂ ਦੇਖੋ ਇਹ ਰੈਪੂਟੇਸ਼ਨ ਕਰਦੇ ਨੇ, ਮਕੈਨੀਕਲ ਰੈਪੂਟੇਸ਼ਨ ਹੈ ਇਹਨਾਂ ਦੀ, ਐਵੇਂ ਤੋਤਾ ਰਟਣੀ ਹੈ ਜੀ ਇਹ ਤਾਂ। ਕਿਉਂ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ, ਉਹਨਾਂ ਨੇ ਸਿਮਰਨ ਕੀਤਾ ਨਹੀਂ, ਜਿਸ ਨੇ ਉਹਨੂੰ ਕੀ ਪਤਾ ਸਿਮਰਨ ਦਾ। ਸੋ ਇਸ ਕਰਕੇ ਕਹਿੰਦੇ ਨੇ ਫਿਰ ਅੰਮ੍ਰਿਤ ਰਸ ਮਿਲਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਨਾ ਰਸ ਮਿਲਦਾ ਹੈ ਨਾਮ ਦਾ, ਇਹ ਦੁਨੀਆ ਦੇ ਪਦਾਰਥ ਫਿੱਕੇ ਲੱਗਣ ਲੱਗ ਜਾਂਦੇ ਨੇ, ਬੇਸੁਆਦੇ ਲੱਗਣ ਲੱਗ ਜਾਂਦੇ ਨੇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਹੇ ਖੁਦਾ, ਆ ਜਿਹੜੀਆਂ ਚੀਜ਼ਾਂ ਨੇ ਹੈ ਸਾਰੀਆਂ ਮਿੱਠੀਆਂ ਨੇ। ਸ਼ੱਕਰ ਹੈ, ਖੰਡ ਹੈ, ਨਿਵਾਤ ਮਿਸ਼ਰੀ ਹੈ, ਗੁੜ ਹੈ, ਦੁੱਧ ਹੈ, ਸਾਰੀਆਂ ਮਿੱਠੀਆਂ ਨੇ। ਪਰ ਤੇਰਾ ਨਾਮ ਇੰਨਾ ਮਿੱਠਾ, ਇੰਨਾ ਸਵਾਦਲਾ ਵੀ ਇਹਨਾਂ ਨੂੰ ਤਾਂ ਥੋੜ੍ਹੇ ਚਿਰ ਖਾ ਕੇ ਥੋੜ੍ਹੇ ਚਿਰ ਗੁੜ ਖਾ ਲਈਏ ਤੇ ਫਿਰ ਕਹਿੰਦੇ ਬਸ 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 ਹੁਣ ਕੋਈ ਲੂਣ ਵਾਲੀ ਚੀਜ਼ ਲਿਆਓ, ਮੂੰਹ ਪਕਲ ਗਿਆ, ਹੁਣ ਇਸ ਤੋਂ ਬਾਅਦ ਨਹੀਂ ਸਾਡੀ ਜ਼ੁਬਾਨ ਖਾਂਦੀ, ਮਿੱਠਾ ਨਹੀਂ ਖਾ ਸਕਦੀ। ਪਰ ਨਾਮ ਰਸ ਇੰਨਾ ਮਿੱਠਾ ਹੈ ਕਿ ਇਸ ਨੂੰ ਛੱਡਣ ਨੂੰ ਜੀ ਨਹੀਂ ਕਰਦਾ, ਛੱਡ ਹੀ ਨਹੀਂ ਸਕਦਾ ਪ੍ਰਾਣੀ। ਸੋ ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਨਾਮ ਵਰਗਾ ਮਿੱਠਾ, ਨਾਮ ਵਰਗਾ ਸਵਾਦ ਕਿਸੇ ਵੀ ਵਸਤੂ ਦਾ ਨਹੀਂ ਹੈ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹ ਬੇਸਿਓ ਭਲ ਜੋਗ। ਸੋ ਪੜ੍ਹਬੋ ਪੜ੍ਹਨਾ, ਵਿਦਿਆ ਪੜ੍ਹਨੀ। ਕਹਿੰਦੇ ਮੈਂ ਕਾਂਸ਼ੀ ਦੇ ਵਿੱਚ ਦੇਖਿਆ ਲੋਕ ਦੂਰੋਂ ਦੂਰੋਂ ਆ ਕੇ ਪੰਡਿਤ ਬ੍ਰਾਹਮਣ ਉਹ ਵਿਦਿਆ ਪੜ੍ਹਦੇ ਨੇ, ਬਹੁਤ ਬਹੁਤ ਵਿਦਿਆ ਪੜ੍ਹ ਜਾਂਦੇ ਨੇ, ਬੜੇ ਮਾਹਰ ਨੇ ਵਿਦਿਆ ਦੇ ਵਿੱਚ। ਪਰ ਇੱਕ ਮੈਂ ਗੱਲ ਹੋਰਨਾਂ 'ਚ ਦੇਖੀ ਹੈ ਜੋ ਘਾਟੇ ਵਾਲੀ ਹੈ ਕਿ ਵਿਦਿਆ ਪੜ੍ਹ ਕੇ ਫਿਰ ਬਹਿਸਾਂ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੇਖੋ ਜਿੱਥੇ ਦੋ ਵਿਦਵਾਨ ਬੈਠਣਗੇ ਨਾ, ਉਹ ਘੱਟ ਹੀ ਰਲ ਕੇ ਮਿਲ ਕੇ ਬੈਠ ਸਕਦੇ ਨੇ। ਕੋਈ ਨਾ ਕੋਈ ਕਿਸੇ ਨੇ ਗੱਲ ਕਰਕੇ ਨਾ ਬਹਿਸ ਛੇੜ ਲੈਣੀ। ਹੁਣ ਵਿਦਵਾਨਾਂ ਦੀਆਂ ਬਹਿਸਾਂ ਨੇ, ਅਨਪੜ੍ਹ ਦੀ ਤਾਂ ਕੋਈ ਬਹਿਸ ਨਹੀਂ ਹੈ ਨਾ। ਸੋ ਇਸ ਕਰਕੇ ਕਹਿੰਦੇ ਬਹਿਸਾਂ ਕਰਦੇ ਨੇ, ਫਿਰ ਲੜਦੇ ਨੇ। ਕਹਿੰਦੇ ਮੈਂ ਤਾਂ ਪਹਿਲਾਂ ਕਹਿੰਦਾ ਸੀਗਾ ਵੀ ਪੜ੍ਹਾਈ ਚੰਗੀ ਹੈ, ਵਿਦਿਆ ਚੰਗੀ ਹੈ, ਪਰ ਮੈਨੂੰ ਤਾਂ ਹੁਣ ਪਤਾ ਲੱਗਾ ਉਹ ਕੀ ਪੜ੍ਹ ਬੇਸਿਓ ਭਲ ਜੋਗ। ਜੋਗ ਦਾ ਅਰਥ ਹੈ ਜੁੜਨਾ, ਪਰਮਾਤਮਾ ਨਾਲ ਜੁੜਨਾ ਪੜ੍ਹਨ ਨਾਲੋਂ ਚੰਗਾ ਹੈ। ਪੜ੍ਹ ਕੇ ਜੇਤਾ ਪੜ੍ਹਿਆ ਤੇਤਾ ਕੜਿਆ। ਪੜ੍ਹ ਪੜ੍ਹ ਗੱਡੀ ਲੱਦੀਆਂ ਹੈ, ਪੜ੍ਹ ਪੜ੍ਹ ਭਰੀਆਂ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਹੈ ਖਾਤ। ਪੜ੍ਹਿਆ ਜੇਤੇ ਬਰਸ ਬਰਸ, ਪੜ੍ਹਿਆ ਜੇਤੇ ਮਾਸ, ਪੜ੍ਹਿਆ ਜੇਤੀ ਆਰਜਾ, ਪੜ੍ਹਿਆ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ। ਸਤਿਗੁਰੂ ਜੀ ਇਹ ਨਹੀਂ ਕਹਿੰਦੇ ਵਿਦਿਆ ਨਹੀਂ ਪੜ੍ਹਨੀ। ਦੋਨੇ ਤਰ੍ਹਾਂ ਦੇ ਵਚਨ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਨੂੰ ਮਿਲਣਗੇ। ਉਹ ਅਵਸਥਾ ਦੇ ਮੁਤਾਬਕ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਪਰ ਉਪਕਾਰ ਲਈ ਵਿਦਿਆ ਪੜ੍ਹਨੀ ਹੈ, ਵਿਦਿਆ ਵਿਚਾਰਨੀ ਹੈ। ਪਰ ਉਪਕਾਰੀ ਬਣ ਗਏ ਫਿਰ ਵਿਦਿਆ ਪੜ੍ਹੇ ਦਾ ਸਾਡਾ ਸੁੱਖ ਹੈ, ਸਾਨੂੰ ਵੀ ਸੁੱਖ ਤੇ ਦੂਜੇ ਨੂੰ ਵੀ। ਤੇ ਮਹਾਰਾਜ ਇੱਕ ਹੋਰ ਬਚਨ ਗੁਰੂ ਨਾਨਕ ਦੇਵ ਜੀ ਦਾ ਆਉਂਦਾ ਹੈ, ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵਹਿ ਮਾਨ। ਆਪਾ ਮਧੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ। ਗੁਰੂ ਦੀ ਕਿਰਪਾ ਦੇ ਨਾਲ ਵਿਦਿਆ ਨੂੰ ਵਿਚਾਰ ਲਿਆ ਤੇ ਫਿਰ ਅੰਦਰ ਨਾਮ ਵਸ ਗਿਆ, ਸੱਚ ਵਸ ਗਿਆ। ਹੁਣ ਦੂਜੇ ਪਾਸੇ ਕੀ ਕਹਿੰਦੇ ਮਹਾਰਾਜ, ਪੜ੍ਹਿਆ ਮੂਰਖ ਆਖੀਐ। ਕਿਹਨੂੰ ਕਿਹੜਾ ਮੂਰਖ ਆ ਪੜ੍ਹਿਆ ਹੋਇਆ? ਅੱਗੇ ਉਹਦੇ ਔਗਣ ਦੱਸਦੇ ਨੇ। ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਜਿਹੜਾ ਚਸਕਿਆਂ ਤੋਂ ਪਾਸੇ ਨਹੀਂ ਹੁੰਦਾ, ਆਹ ਖਾਣਾ, ਆਹ ਦੇਖਣਾ, ਆਹ ਸੁਣਨਾ। ਕਹਿੰਦੇ ਫਿਰ ਉਹ ਕਾਹਦਾ ਪੜ੍ਹਿਆ ਹੈ? ਦੂਸਰਾ ਜਿਸ ਦੇ ਅੰਦਰ ਲੋਭ ਆ ਗਿਆ ਹੈ, ਦੂਸਰੇ ਦਾ ਹੱਕ ਮਾਰਦਾ ਹੈ। ਤੀਸਰਾ ਹੰਕਾਰ ਹੈ,
मैं पढ़िया होया, इन्हां पढ़ना नहीं आउंदा, ये पढ़े नहीं होए। कहंदे ने ये ऐसा तो मूर्ख है फिर प्राणी। इत्थे कहंदे ने कि मैं फिर देखिया भी परमात्मा नाल जुड़न वाला जोगी, जोगी तो भाव जुड़न वाला जो जुड़ गया है वो चंगा है पढ़े हुए नालों भी। भगत ना छाडो राम की भावै निंदो लोग। हुण जदों कहंदे मैं पढ़ाई दे नालों तरजीह भगती नूं दित्ती, मैं हुण भगती नहीं छड्डदा, भावें निंदिया लोग करी जाण, बेशक सारा संसार मेरी निंदिया करे भी आ चंगा कबीर ने काम कीता। कहंदा मैं पढ़ना नहीं गा, मैं तो भगती करूँगा, ये चंगा काम कीता। हुण अगे कहंदे वो जिहड़े निंदण वाले ने वो आप किहो जे ने। कबीर लोग के निंदा बपोड़ा, जिह मन नाही ज्ञान, राम कबीरा रव रहे अवर तजे सब काम। कहते जहान जो लोग है वो बेचारा की निंदा कर सकता, जिह मन ना ही ज्ञान, क्योंकि ਉਹਦੇ अंदर सच नहीं है। वो दोनों चीज़ों ਨੂੰ ਜਾਣਦਾ ही नहीं गा, ना तो पढ़ाई ਨੂੰ ਜਾਣਦਾ, ना भगती ਨੂੰ ਜਾਣਦਾ है, ना तो उसनों पढ़ाई की कदर है, ना पढ़ाई बारे नॉलेज है, ਅਤੇ ना ही पूर्ण तौर पर उसनों भगती बारे नॉलेज है। इस करके ਉਹਦਾ ਕਾਹਦਾ ਨਿੰਦਣਾ है। ਕਹਿੰਦੇ मैं उसकी परवाह नहीं करता, क्योंकि राम कबीरा रव रहे अवर तजे सब काम। राम ते कबीर हुण एक हो गए ने, मिल गए ने। होर सारे जिहड़े ने कहंदे असीं कम छड्ड दित्ते। कम छड्डण तो भाव है कि मोह छड्ड दिता है। मैं तो हुण परमात्मा दा नाम ही सिमरन करदा, रव रहे, मैं परमात्मा दा नाम सिमरन करदा हाँ, याद रखदा हाँ, मेरे हृदय च परमात्मा वस गया है। कबीर परदेसी कै घागर है, चौं दिस लागी आग। कहंदे जिस तरह प्राहुणा हुंदा है ना, जैसे रैन प्राहुणे उठ चल सै प्रभात, क्या तू रत्ता ग्रस्त स्यों सब फुल्लां की बागात। मेरी मेरी क्या करहें जिन दिया सो प्रभ लोड़, सर पर उठी चलना छड्ड जासी लख करोड़। कहते ने भाई इस संसार च आपां प्राहुणिਆਂ वांग आए हाँ। प्राहुणा हमेशा जो गैसट आउंदा है उस घर नहीं रहिंदा। असी इस संसार विच असी प्राहुणिਆਂ ਦੀ तरह आए हाँ, परदेसी हाँ। साडा असल घर है परमात्मा दा घर। कहंदे परदेसी का घागरा है। घागरा का अर्थ है सत्संग जी, जो साडा जीवन है, इहदे अर्थ लाए ने प्रोफैसर साहब सिंह जी ने कि दरवाजा। सो साडे दरवाजे ने, साडियां अखां ने, साडे कन ने ते साडी रसना है। इस तरह साडे ज्ञान इंद्रिय नासिका है, त्वचा है और चमड़ी कह ली आपां। सो इस तरह कहते सारे पासे ही अग लगी हुई है। नैनो नींद पर दृष्ट विकार, श्रवण सोए सुन निंद विचार। रसना सोई लोभ मीठा साध, मन सोया माया बिसमाद। इस गृह में कोई जागत रह, सावत वस्त ओह अपनी लह। हुण अखां जिहड़ियां ने पराया रूप देखण विच ही सौ गईयां ने, लग गईयां ने। इस पासे ही इन्हां नूं अग लगी हुई है। कहंदे परमात्मा नूं छड्ड के कन निंदिया चुगली सुन रहे ने, रसना झूठ बोलदी है, निंदिया कर रही है। सो इस तरह कहंदे ने ये अग लग गई है, चौंदे से लागी आग। खेंथा जल कोयला भई तागे आँच ना लाग। खेंथा कहंदे ने चोले नूं आपां चोला कह लईए, हुण कमीज़ आख लईए। जोगी अपने जिहड़े पाउंदे ने वो अपने ड्रैस जो पाउंदे नूं खेंथा बोलदे ने उन्हां दी बोली च। कहंदे शरीर रूपी जो ये खेंथा है ना, ये जल गई है फिकरां दे विच, लोभ दे विच, विकारां दे विच। तागे, तागे का अर्थ है आत्मा, जिस नाल यह सीती हुई है, परोती हुई है, इसनूं टाकियां लगियां हुई ने। भाव परमात्मा दी आत्मा करके साडा शरीर है। तागे आँच ना लाग, पर आत्मा नूं कोई आँच नहीं लगदी, अग दा सेक नहीं लगदा, विकारां दा सेक नहीं लगदा। सो आत्मा जो है वो प्योर है, पवित्र है। सो गुरमुख प्यारे ने जिहड़े, उन्हां दी जो आत्मा है ना, फिर वो पवित्र रहिंदी है अते वो परमात्मा दे घर विच जांदे ने। कहंदे ने सृष्टि च रह के जो मनमुख है अपनी इस देही नूं साड़ लैंदा है विकारां च पै के।
कबीर खिंथा जल कोयला भई, खापर फूट मफूट। खिंथा ये शरीर कहते ये देही जल के कोयला बन गई है, बिल्कुल सड़ गई है। खापर फूट मफूट, ਜਿਹੜੇ जोगी ने फिर खप्पर लैके चलते हैं ਉਹਦੇ ਵਿੱਚ फिर मंग के जो गृहस्थी ਹੁੰਦੇ ਨੇ ਉਹਨਾਂ ਤੋਂ ਚੀਜ਼ਾਂ ਪਵਾਉਂਦੇ ਨੇ। ਕਹਿੰਦੇ ਜੋ ਮਨ ਖੱਪਰ ਹੈ ਹੁਣ ਘਰ ਘਰ ਵਿੱਚ ਜਾਂਦਾ ਹੈ, ਤ੍ਰਿਸ਼ਨਾ ਦਾ ਮਾਰਿਆ ਹੋਇਆ, ਲੋਭ ਦਾ ਮਾਰਿਆ ਹੋਇਆ, ਮੋਹ ਦਾ ਮਾਰਿਆ ਹੋਇਆ। ਕਹਿੰਦੇ ਇਹਦੇ ਟੋਟੇ ਟੋਟੇ ਹੋ ਗਏ ਨੇ, ਇਹਦੇ ਕਹਿੰਦੇ ਟੁਕੜੇ ਟੁਕੜੇ ਹੋ ਗਏ ਨੇ ਮਨ ਦੇ। ਹੁਣ ਮਨ ਜਿਹੜਾ ਹੈ ਸਥਿਰ ਨਹੀਂ ਰਿਹਾ, ਮਨ ਇੱਕ ਨਹੀਂ ਰਿਹਾ। जोगी बपड़ा खेलियो आसन रही विभूत। जोगी कहते जो जोगी है कहते वो खेलियो दा इत्थे अर्थ है कि उजाड़ गया है खेल नूं, भाव बाजी जीवन दी हार गया है। आसन पिछे उहदे आसन ते भाव रही विभूत सुआ खे, पर खुआरी ही पिछे उसदे पल्ले पई है। भाव इत्थे ये अंतरी भाव है कि बारों बारों तक जो जोगी बनया होया है धर्मी है, धर्मियों के कपड़े पाए हुए ने, पर परमात्मा नाल जुड़िया नहीं है, विकारां च पिया होया है, लोभ विच पिया होया है, दूसरे दा हक मारी जाता है। तो कहते ने पिछे उहदे फिर खुआरी ही खुआरी है, बदनामी ही बदनामी है। कबीर थोर है जल माछुली झीवर मेलिओ जाल। कहते जदों थोड़े पानी विच मछली हुंदी है ना, झीवर आउंदा है। पुरातन समय च झीवर इस तरह शिकार खेडदे हुंदे सी। अजकल तो चलो जिहदा जी करदा खेड लैंदा, नहीं जी करदा नहीं खेडदा। कबीर साहब जी कहते थोड़ा पानी है ते जो जल है थोड़ा है ते मच्छी विच आ गई है। हुण झीवर ने शिकारी ने जाल पा दिता, यह टोगने ना छूट सै फिर कर समुंद संभाल। छोटा जिहा टोभा है, पौंड है, उस विच मच्छी जो है फस गई है ते वो फिर कहते शिकारी दे जाल विच फस जाती है। कहते इस करके ये छोटे छोटे टोगनिया करके तू छुट नहीं सकता, इस करके तू समुंदर की आस कर पाई, समुंदर का ध्यान कर। हुण समुंदर की है इत्थे आपां देखिए। कहते टोगने की ने, टोगने ने जिहड़े पखंडी गुरु ने उन्हां विच प्राणी के बहुत वारी चलिया जाता है तो फिर उत्थे जाके भी विकारां तो नहीं बचता, क्योंकि काचे गुर ते मुक्त ना हुआ। सो इस करके ऐसे जो अंधे गुर ते भरम ना जाई, वो आप अज्ञान विच अन्ने ने, विकारां च फसे ने, ते दूजे नूं की कढना। कहते उत्थे जाके तो तू फस जाना, फिर तू भाई परमात्मा जो गुरु परमेश्वर है ओदा आसरा लै, तां तू विकारां तो बच सकदा है। हुण कबीर साहब जी अगले श्लोक विच वचन करदे ने, कबीर समुंद ना छोड़िया जो अत खारो होए। कबीर साहब जी कहते समुंदर छड्ड ना पाई, बेशक बहुत खारा है, बहुत लूण है इस विच, पीण नूं ये जल स्वाद नहीं है लगना पहला पहला तैनूं। पोखर पोखर ढूंढते भलो ना कहे है कोई, पर तू हे मच्छी रूप जीव तू समुंदर विच परमात्मा विच हमेशा सुख लवेगा। पोखर पोखर ढूंढते, इस तरह जो छप्पड़ ने, छोटिया छोटिया छप्पड़ियां ने, जे तू इन्हां दा ही आसरा तकेगा ना पखंडी गुरुआं दा, भलो ना कहे है कोई, फिर तेनू चंगा किसी ने नहीं कहना। सो सतगुरु सच्चे पातशाह जी ने ऐसी बख्शिश की है। कबीर साहब जी के इत्थे 50 श्लोक ने जिहड़े पूरे हो जाते हैं। सो 51वां श्लोक जो है गुरमुख प्यारे आके ज्ञानी अमरीक सिंह जी चमकौर साहब वाले उन्होंने कथा आरंभ करनी है। सो उन्होंने पासों आप जी ने सरवण करने, भुलों की खिमा जी, फिर सतगुरु धन गुरु ग्रंथ साहिब महाराज जी का, इतों के वजीर साहिबान जी का, गुरु के कीर्तनियों के आप संगतां का, प्रबंधकों का दास ऋणी है अते धन्नवाद करता है। दास नूं सेवा का मौका दिता है। भुलों की खिमा जी। वाहिगुरू जी का खालसा, वाहिगुरू जी की फतेह। जुगो जुग अटल धन धन गुरु ग्रंथ साहिब महाराज की पावन हजूरी में बैठी गुरु प्यारी साध संगत जीओ ਅਤੇ रेडियो और इंटरनेट राही सुन रही गुरु प्यारी साध संगत जी, वाहिगुरू जी का खालसा, वाहिगुरू जी की फतेह। ये सन अति सत्कारयोग ਗਿਆਨੀ ਗੁਰਦੀਪ ਸਿੰਘ ਜੀ ਕੈਨੇਡਾ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਅਲਾਹੀ ਬਾਣੀ ਦੀ ਕਥਾ ਸਰਵਣ ਕਰਵਾਈ। ਬਹੁਤ ਬਹੁਤ ਧੰਨਵਾਦ ਹੈ ਗਿਆਨੀ ਜੀ ਦਾ। ਹੁਣ ਆਪ ਜੀ ਨੂੰ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਉਣ ਵਾਸਤੇ ਆ ਰਹੇ ਹਨ ਪੰਤ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, ਉਹਨਾਂ ਵਾਲੇ ਤੇ ਉਹਨਾਂ ਦਾ ਰਾਗੀ ਜੱਥਾ। ਇਹਨਾਂ ਦਾ ਟਾਈਮ ਰਹੇਗਾ ਠੀਕ 12:40 ਤਾਈਂ।
ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਹੈ, ਆਪ ਜੀ ਦੇ ਨਾਲ ਆਉਣ ਵਾਲੇ ਪ੍ਰੋਗਰਾਮਾਂ ਦੀ ਸੂਚਨਾ ਸਾਂਝੀ ਕਰ ਲਈਏ ਤੇ ਗੁਰੂ ਘਰ ਵਿੱਚ ਕੀ ਹੋ ਰਿਹਾ ਉਹ ਵੀ ਸਾਂਝਾ ਕਰ ਲਈਏ ਤੇ ਅਸੀਂ ਗਿਆਨੀ ਜੀ ਨੂੰ ਸਨਮਾਨਿਤ ਵੀ ਕਰਨਾ ਹੈ। ਅੱਜ ਇੱਕ ਵਾਰ ਫਿਰ ਤੋਂ ਗੁਰੂ ਘਰ ਵਿੱਚ 2 ਵਜੇ ਤਾਈਂ ਕੋਵਿਡ ਦੀ ਜਿਹੜੀ ਵੈਕਸੀਨੇਸ਼ਨ ਚੱਲ ਰਹੀ ਹੈ ਲੰਗਰ ਹਾਲ ਵਿੱਚ, ਜੇ ਆਪ ਜੀ ਨੇ ਹੱਲੇ ਵੀ ਵੈਕਸੀਨੇਸ਼ਨ ਨਹੀਂ ਲਵਾਈ ਹੈ, ਲਵਾਉਣਾ ਚਾਹੁੰਦੇ ਹੋ ਤਾਂ ਉਹਦਾ ਫਾਇਦਾ ਚੱਕ ਸਕਦੇ ਹੋ। ਸੰਗਰਾਂਦ ਜਿਹੜੀ ਹੈ ਇਸ ਮਹੀਨੇ ਦੀ ਉਹ 12 ਫਰਵਰੀ ਨੂੰ ਹੈ। ਧੰਨ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਉਤਸਵ ਜਿਹੜਾ ਹੈ 14 ਫਰਵਰੀ ਨੂੰ ਹੈ ਤੇ ਹਰ ਸਾਲ ਜਿਹੜਾ ਹੈ ਉਹਨਾਂ ਜਿਸ ਇਲਾਕੇ ਤੋਂ ਸਨ ਉਹਨਾਂ ਦੇ ਉਸ ਇਲਾਕੇ ਦੀ ਜਿਹੜੀ ਸੰਗਤਾਂ ਹੈ ਭੁੰਗਰੀਆਂ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਉਹ ਹਰ ਸਾਲ ਅਖੰਡ ਪਾਠ ਸਾਹਿਬ ਰੱਖਦੇ ਹਨ ਤੇ ਉਹਦੀ ਆਰੰਭਤਾ ਜਿਹੜੀ 11 ਤਰੀਕ ਨੂੰ ਹੋਏਗੀ ਤੇ 13 ਤਰੀਕ ਨੂੰ ਭੋਗ ਪੈਣਾ ਹੈ। ਜਿੱਦਾਂ ਭਾਈ ਸੁਖਦੇਵ ਸਿੰਘ ਬੈਨੀਵਾਲ ਸਾਹਿਬ ਜੀ ਨੇ ਦੱਸਿਆ ਸੀਗਾ ਕਿ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ ਕੱਲ੍ਹ ਤੋਂ ਸੰਗਤ ਰੂਪੀ ਸਹਿਜ ਪਾਠ ਆਰੰਭ ਹੋਣ ਜਾ ਰਹੇ ਹਨ। ਉੱਤੇ ਗੈਲਰੀ 'ਚ ਹੋਣਗੇ। ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਸੀ ਕਿ ਜੇ ਕੋਈ ਵੀ ਸੰਗਤ ਵਿੱਚੋਂ ਪਾਠ ਕਰ ਸਕਦੇ ਹੋ ਤਾਂ ਆਪ ਜੀ ਜ਼ਰੂਰ ਬਾਜਵਾ ਸਾਹਿਬ ਜੀ ਨੂੰ ਸੰਪਰਕ ਕਰੋ, ਆਪਣਾ ਨਾਮ ਲਿਖਾਓ। 10 ਅੰਕ 20 ਅੰਕ ਜਿੰਨੇ ਵੀ ਆਪ ਜੀ ਕਰ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 9 ਵਜੇ ਜ਼ਰੂਰ ਉਸ ਸੇਵਾ ਦੇ ਵਿੱਚ ਹਿੱਸਾ ਪਾਓ। ਸਾਡਾ ਫਰਜ਼ ਬਣਦਾ ਹੈ ਕਿ ਇਨ ਮਹਾਨ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਦੇਈਏ। ਸਾਡਾ ਪ੍ਰਣਾਮ ਹੈ ਸ਼ਹੀਦਾਂ ਨੂੰ। ਇਸੀ ਦੇ ਉੱਤੇ ਮੈਂ ਫਿਰ ਤੋਂ ਇੱਕ ਵਾਰ ਬੇਨਤੀ ਕਰਦਾ, ਲਾਸਟ ਵੀਕ ਵੀ ਬੇਨਤੀ ਕੀਤੀ ਸੀ, ਦਾਸ ਨੇ ਅਰਦਾਸ ਕੀਤੀ ਸੀਗੀ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਸਾਡੇ ਉਹਨਾਂ ਭੈਣਾਂ ਭਰਾਵਾਂ ਵਾਸਤੇ ਜਿਹੜੇ ਹੱਲੇ ਵੀ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਲੇਕਿਨ ਰਿਹਾਈ ਨਹੀਂ ਹੋਈ। ਇਸ ਕਾਨੂੰਨ ਨੂੰ ਵੀ ਅਸੀਂ ਚੇਂਜ ਕਰਾ ਸਕਦੇ, ਜੈਸੇ ਕਿਸਾਨੀ ਕਾਨੂੰਨ ਚੇਂਜ ਕਰਾ ਸਕਦੇ ਹਾਂ ਅਰਦਾਸ ਕਰਕੇ ਗੁਰੂ ਸਾਹਿਬ ਅੱਗੇ। ਤੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ, ਹਰ ਰੋਜ਼ ਅਰਦਾਸ ਕਰਨੀ ਚਾਹੀਦੀ ਹੈ 2 ਵਾਰ ਉਹਨਾਂ ਭੈਣਾਂ ਭਰਾਵਾਂ ਵਾਸਤੇ ਜਿਹੜੇ ਸਾਡੇ ਪੰਥ ਵਾਸਤੇ ਜਿਨ੍ਹਾਂ ਦੀ ਸਜ਼ਾਵਾਂ ਕੱਟ ਰਹੇ। ਸੋ ਬੇਨਤੀ ਹੈ ਦਾਸ ਦੀ ਜ਼ਰੂਰ ਉਹਨਾਂ ਨੂੰ ਯਾਦ ਕਰੀਏ, ਉਹਨਾਂ ਲਈ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਕਿ ਉਹਨਾਂ ਦੀ ਵੀ ਰਿਹਾਈ ਹੋਵੇ। ਹੁਣ ਮੈਂ ਸਾਡੇ ਮਾਨਯੋਗ ਹੈੱਡ ਗ੍ਰੰਥੀ ਸਾਹਿਬ ਭਾਈ ਮੋਹਿੰਦਰ ਸਿੰਘ ਬਾਜਵਾ ਜੀ ਨੂੰ ਬੇਨਤੀ ਕਰੂੰਗਾ ਕਿ ਗਿਆਨੀ ਗੁਰਦੀਪ ਸਿੰਘ ਜੀ ਨੂੰ ਅਸੀਂ ਸਨਮਾਨਿਤ ਕਰੀਏ। ਬਹੁਤ ਬਹੁਤ ਧੰਨਵਾਦ ਹੈ ਗਿਆਨੀ ਜੀ ਦਾ, ਜਿਨ੍ਹਾਂ ਨੇ 2 ਹਫ਼ਤੇ ਦੀ ਸੇਵਾ ਗੁਰੂ ਘਰ ਵਿੱਚ ਨਿਭਾਈ। ਤੇ ਹਾਂਜੀ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ, ਵਾਹਿਗੁਰੂ 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 ਜੀ, ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ नानक तिना बसंत है, नानक तिना बसंत है, नानक तिना बसंत है, नानक तिना बसंत है। नानक तिना बसंत है, नानक तिना बसंत है, जिन घर बसया कांत,
जिन घर वसिया कंत, नानक तिना बसंत है, नानक तिना बसंत है, बसंत है, नानक तिना बसंत, बसंत बसंत, नानक तिना बसंत है, नानक तिना बसंत है, जिनके कंत दिशापुरी, 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 से अहनिस फिरै जलंत, से अहनिस फिरै जलंत, नानक तिना बसंत है, नानक तिना बसंत है, नानक तिना बसंत है, नानक तिना बसंत है, जिनके कंत दिशापुरी, कंत जिनके कंत दिशापुरी, जिनके कंत दिशापुरी, दिशापुरी, जिनके कंत दिशापुरी, जिनके कंत दिशापुरी, जिनके कंत से अहनिस फिरै जलंत, अहनिस फिरै जलंत, नानक तिना बसंत है, नानक तिना बसंत है, नानक तिना, नानक तिना, नानक तिना बसंत, बसंत है, बसंत।